ਅੱਜ ਦੇ ਸੈਸ਼ਨ 'ਚ ਅਸੀਂ ਗੱਲ ਕਰਦੇ ਹਾਂ ਕਿ ਬਾਕੀ ਡੈਫੀਨੇਸ਼ਨਸ ਅਸੀਂ ਉਸ ਦਿਨ ਪੜ੍ਹ ਰਹੇ ਸੀਗੇ। ਅਸੀਂ ਉਹ ਡੈਫੀਨੇਸ਼ਨਸ ਕਿਉਂ ਪੜ੍ਹਦੇ ਹੈਗੇ ਉਹਦੇ ਬਾਰੇ ਆਪਾਂ ਗੱਲ ਕੀਤੀ, ਕੁਝ ਡੈਫੀਨੇਸ਼ਨ ਵੀ ਆਪਾਂ ਸਟੱਡੀ ਕੀਤੀਆਂ ਸੀਗੀਆਂ, ਉਹਨਾਂ ਨੂੰ ਆਪਾਂ ਕੰਟੀਨਿਊ ਕਰਦੇ ਹਾਂ। ਨੈਕਸਟ ਜਿਹੜੀ ਡੈਫੀਨੇਸ਼ਨ ਹੈ ਦੈਟ ਇਜ਼ ਕੈਨੋਪੀ। ਠੀਕ ਹੈ, ਕੈਨੋਪੀ ਕੀ ਹੁੰਦਾ ਹੈ? ਇੱਕ ਇਹੋ ਜਿਹੀ ਕੈਂਟੀਲੀਵਰ ਪ੍ਰੋਜੈਕਸ਼ਨ ਫਰੋਮ ਦਾ ਫੇਸ ਆਫ ਵਾਲ ਓਵਰ ਐਨ ਐਂਟਰੀ ਟੂ ਦ ਬਿਲਡਿੰਗ। ਕੋਈ ਵੀ ਬਿਲਡਿੰਗ ਇੱਕ ਬਣੀ ਹੋਈ ਹੈ, ਉਹਦੀ ਐਂਟਰੀ ਜਿੱਥੋਂ ਹੋ ਰਹੀ ਹੈ ਉਹਦੇ ਉੱਪਰ ਜਿਹੜੀ ਆਪਾਂ ਛੱਤ ਦੇ ਰਹੇ ਹਾਂ, ਕੈਂਟੀਲੀਵਰ ਪ੍ਰੋਜੈਕਸ਼ਨ, ਯਾਨੀ ਕਿ ਇੱਕ ਪਾਸੇ ਸਪੋਰਟ ਹੈਗੇ ਇੱਕ ਪਾਸੇ ਨਹੀਂ ਹੈ, ਦੈਟ ਇਜ਼ ਅ ਕੈਨੋਪੀ। ਕੁਛ ਇਹਦੇ ਲਈ ਰੂਲਸ ਹੈਗੇ ਨੇ ਪੰਜਾਬ ਬਿਲਡਿੰਗ ਬਾਈਲਾਜ਼ ਦੇ ਵਿੱਚ, that it shall not project beyond the plot line। ਠੀਕ ਹੈ, ਇਹਦੀ ਆਪਾਂ ਇੱਕ ਐਗਜ਼ਾਮਪਲ 'ਚ ਦੇਖੀਏ ਤੇ ਇੱਕ ਇਹੋ ਜਿਹਾ ਸਟਰਕਚਰ ਹੈ ਜਿਹਦੇ ਵਿੱਚ ਜਿੱਥੋਂ ਬਿਲਡਿੰਗ ਦੀ ਐਂਟਰੀ ਹੈ ਉਹਦੇ ਉੱਪਰ ਇੱਕ ਛੱਤ ਪਵੇ ਕੈਂਟੀਲੀਵਰ, ਤਾਂ ਦੈਟ ਇਜ਼ ਅ ਕੈਨੋਪੀ। ਇਟ ਸ਼ੈਲ ਨੋਟ ਪ੍ਰੋਜੈਕਟ ਬਿਯੋਂਡ ਦਾ ਪਲਾਟ ਲਾਈਨ। ਜਿਹੜਾ ਵੀ ਤੁਹਾਡਾ ਪਲਾਟ ਦੀ ਲਾਈਨ ਹੈਗੀ ਹੈ ਲਾਸਟ, ਜਿੱਥੇ ਪਲਾਟ ਦਾ ਫਰੰਟ ਵਾਲ ਹੈਗੀ ਹੈ, ਉਹ ਤੋਂ ਅੱਗੇ ਨਹੀਂ ਆਉਣਾ ਚਾਹੀਦਾ। ਇਟ ਸ਼ੈਲ ਨੋਟ ਐਕਸੀਡ 7 ਸਕੁਅਰ ਮੀਟਰ ਔਰ 75 ਸਕੁਅਰ ਫੀਟ ਇਨ ਏਰੀਆ। ਇਹ ਜਿਹੜੀ ਵੀ ਕੈਨੋਪੀ, ਜਿਸ ਤਰੀਕੇ ਦੀ ਵੀ ਕੈਨੋਪੀ ਬਣੀ ਹੋਏਗੀ, ਉਹਦਾ ਜਿਹੜਾ ਆਪਣਾ ਏਰੀਆ ਹੈ ਉਹ 75 ਸਕੁਅਰ ਫੁੱਟ ਤੋਂ ਜਾਂ 7 ਸਕੁਅਰ ਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਟ ਸ਼ੈਲ ਨੋਟ ਬੀ ਲੋਅਰ ਦੈਨ 2.3 ਮੀਟਰ। ਇਹਦੇ ਨੀਚੇ ਜਿਹੜੀ ਹਾਈਟ ਹੈਗੀ ਹੈ ਉਹ ਘੱਟੋ ਘੱਟ 7.5 ਫੁੱਟ ਦੀ ਹੋਣੀ ਚਾਹੀਦੀ ਹੈ, ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਟ ਸ਼ੈਲ ਨੋਟ ਐਕਸਟੈਂਡ ਮੋਰ ਦੈਨ 1.8 ਮੀਟਰ। ਇਸ ਵਾਲੇ ਵਾਲ ਤੋਂ ਲੈ ਕੇ ਲਾਸਟ ਜਿਹੜਾ ਪੁਆਇੰਟ ਹੈ ਇਹ 1.8 ਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਠੀਕ ਹੈ, ਔਰ देयर शैल नॉट बी नो स्ट्रक्चर ऑन इट। ਇਸ ਤੋਂ ਉੱਪਰ ਕੋਈ ਸਟਰਕਚਰ ਨਹੀਂ ਹੋਣਾ ਚਾਹੀਦਾ। ਇਹ ਨਹੀਂ ਹੈ ਕਿ ਆਪਾਂ ਇਹਦੇ ਉੱਤੇ ਕੋਈ ਰੂਮ ਬਣਾ ਲਈਏ ਜਾਂ ਆਪਾਂ ਇਹਦੇ ਉੱਤੇ ਕੋਈ ਸਟੋਰੇਜ ਏਰੀਆ ਬਣਾ ਲਈਏ। ਐਟ ਦਾ ਮੈਕਸ ਇਹਨੂੰ ਬਾਲਕਨੀ ਯੂਜ਼ ਕਰ ਸਕਦੇ ਹਾਂ ਜਾਂ ਟੈਰੇਸ ਯੂਜ਼ ਕਰ ਸਕਦੇ ਹਾਂ ਬਸ। ਠੀਕ ਹੈ, ਟੌਪ ਸ਼ੈਲ ਰਿਮੇਨ ਓਪਨ ਟੂ ਸਕਾਈ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜੀ ਬਣ ਕੇ ਆਉਂਦੀ ਹੈ ਦੈਟ ਇਜ਼ ਅ ਕੈਨੋਪੀ। ਹੁਣ ਇਹਨਾਂ ਸਾਰੀਆਂ ਜ਼ਰੂਰੀ ਨਹੀਂ ਕਿ ਸਾਰੇ ਰੂਲ ਫੋਲੋ ਹੋਣ। ਜੇ 75 ਸਕੁਅਰ ਫੁੱਟ ਤੋਂ ਜ਼ਿਆਦਾ ਕੈਨੋਪੀ ਏਰੀਆ ਹੈਗਾ ਤਾਂ ਆਪਾਂ ਉਹਨੂੰ ਕੈਨੋਪੀ ਨਹੀਂ ਕਵਾਂਗੇ, ਆਪਾਂ ਉਹਨੂੰ ਕਵਰਡ ਏਰੀਆ ਕਵਾਂਗੇ। ਜੇ 7.5 ਫੁੱਟ ਤੋਂ ਘੱਟ ਹੈਗੀ ਹੈ ਹਾਈਟ, ਦੈਨ ਅਗੇਨ ਆਪਾਂ ਇਹਨੂੰ ਕੈਨੋਪੀ ਨਹੀਂ ਕਹਿ ਸਕਦੇ। ਠੀਕ ਹੈ, ਜੇ 1.8 ਮੀਟਰ ਤੋਂ ਜ਼ਿਆਦਾ ਹੈ ਤਾਂ ਉਹ ਏਰੀਆ ਕਵਰਡ ਏਰੀਆ ਦੇ ਵਿੱਚ ਕਾਊਂਟ ਹੋ ਜਾਏਗਾ, ਤੇ ਜੇ ਇਹਦੇ ਉੱਤੇ ਕੋਈ ਸਟਰਕਚਰ ਬਣਾਇਆ ਦੈਨ ਅਗੇਨ ਇਟ ਇਜ਼ ਅ ਕਵਰਡ ਏਰੀਆ। ਠੀਕ ਹੈ, ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਇਹ ਚੀਜ਼ਾਂ ਹੋ ਹੀ ਨਹੀਂ ਸਕਦੀਆਂ ਜਿਹੜੇ ਪੁਆਇੰਟਸ ਹੈਗੇ। ਬਸ ਇਹੀ ਹੈ ਕਿ ਜੇ ਪੁਆਇੰਟਸ ਨਹੀਂ ਹੋਣਗੇ ਤਾਂ ਉਹਨੂੰ ਆਪਾਂ ਕੈਨੋਪੀ ਨਹੀਂ ਮੰਨ ਸਕਦੇ। ਠੀਕ ਹੈ, ਸੋ ਨੈਕਸਟ ਆਪਾਂ ਗੱਲ ਕਰੀਏ, ਇੱਕ ਜੇ ਸਕੈਚ ਵਿੱਚ ਵੀ ਦੇਖੀਏ ਤਾਂ ਇੱਕ ਕੋਈ ਬਿਲਡਿੰਗ ਦੀ ਐਂਟਰੀ ਹੈਗੀ ਹੈ ਜਿਹੜੀ ਮੇਨ, ਉਹਦੇ ਉੱਪਰ ਜਿਹੜੀ ਪ੍ਰੋਜੈਕਸ਼ਨ ਹੈ ਦੈਟ ਇਜ਼ ਅ ਕੈਨੋਪੀ। ਨੈਕਸਟ ਇਜ਼ ਕਾਰਪੇਟ ਏਰੀਆ। ਜਦੋਂ ਵੀ ਆਪਾਂ ਕੋਈ ਅਪਾਰਟਮੈਂਟਸ ਦੀ ਗੱਲ ਕਰਦੇ ਹਾਂ, ਫਲੈਟਸ ਦੀ ਗੱਲ ਕਰਦੇ ਹਾਂ, ਤੇ ਆਪਾਂ ਉਹਦੇ ਜਿਹੜਾ ਵੀ ਉਹਦਾ ਬਰੋਸ਼ਰ ਹੋਏਗਾ ਉਹ 'ਚ ਦੇਖਿਆ ਹੋਏਗਾ, ਉਹ 'ਚ ਲਿਖਿਆ ਹੋਏਗਾ ਕਾਰਪੇਟ ਏਰੀਆ ਇੰਨਾ ਹੈ ਜਾਂ ਬਿਲਟ ਅਪ ਏਰੀਆ ਇੰਨਾ ਹੈ ਜਾਂ ਸੁਪਰ ਬਿਲਟ ਅਪ ਏਰੀਆ ਇੰਨਾ ਹੈ। ਉਹ ਡੈਫੀਨੇਸ਼ਨਸ ਕੀ ਨੇ, ਉਹਨਾਂ ਦਾ ਮਤਲਬ ਕੀ ਹੈਗਾ? ਕਾਰਪੇਟ ਏਰੀਆ ਦਾ ਮਤਲਬ ਹੁੰਦਾ ਹੈ ਜਿੰਨਾ ਯੂਸੇਬਲ ਏਰੀਆ ਇੱਕ ਘਰ ਦੇ ਵਿੱਚ ਹੈਗਾ ਹੈ, ਦੈਟ ਇਜ਼ ਕਾਰਪੇਟ ਏਰੀਆ। ਠੀਕ ਹੈ, ਮਤਲਬ ਇੱਕ ਘਰ ਦਾ ਜਿਹੜਾ ਵੀ ਤੁਹਾਡੇ ਵੀ ਜਿਹੜਾ ਵੀ ਆਪਾਂ ਵਰਕਿੰਗ ਲਾਈਨ ਦੇ ਵਿੱਚ ਪਲਾਨ ਕਰ ਰਹੇ ਹਾਂ, ਜਿਹੜਾ ਵੀ ਆਪਣਾ ਘਰ ਬਣਿਆ ਹੋਇਆ ਉਹਦੀ ਆਪਾਂ ਗੱਲ ਕਰੀਏ ਪਲਾਨ ਦੀ, ਤਾਂ ਦੀਵਾਰਾਂ ਦੇ ਏਰੀਆ ਵਿੱਚੋਂ ਕੱਢ ਦਿਓ ਤੇ ਜਿੰਨਾ ਜਿਹੜਾ ਕਵਰਡ ਏਰੀਆ ਹੁੰਦਾ ਹੈ ਜਿਹਨੂੰ ਆਪਾਂ ਯੂਜ਼ ਕਰਦੇ ਹਾਂ ਦੈਟ ਇਜ਼ ਕਾਰਪੇਟ ਏਰੀਆ। ਸੋ ਫਸਟ ਐਗਜ਼ਾਮਪਲ ਦੇ ਵਿੱਚ ਸਕੈਚ ਦੇ ਵਿੱਚ ਦੇਖ ਰਹੇ ਹਾਂ ਕਿ ਜਿਹੜਾ ਯੈਲੋ ਕਲਰ ਦੇ ਵਿੱਚ ਏਰੀਆ ਮਾਰਕ ਹੋਇਆ ਹੋਇਆ ਇੱਕ ਅਪਾਰਟਮੈਂਟ ਦੇ ਵਿੱਚ, ਦੈਟ ਇਜ਼ ਅ ਕਾਰਪੇਟ ਏਰੀਆ। ਇਹਦੇ ਵਿੱਚੋਂ ਜਿਹੜਾ ਗ੍ਰੇ ਕਲਰ ਦਾ ਵਾਲ ਦਾ ਏਰੀਆ ਹੈ ਉਹ ਸਬਟਰੈਕਟ ਕੀਤਾ ਹੋਇਆ ਹੈ। ਠੀਕ ਹੈ, ਨੈਕਸਟ ਆਪਾਂ ਗੱਲ ਕਰੀਏ ਬਿਲਟ ਅਪ ਏਰੀਆ। ਜਦੋਂ ਆਪਾਂ ਇਸੇ ਕਾਰਪੇਟ ਏਰੀਆ ਦੇ ਵਿੱਚ ਜਿਹੜੀਆਂ ਦੀਵਾਰਾਂ ਹੈ ਇਹਦਾ ਏਰੀਆ ਵੀ ਆਪਾਂ ਐਡ ਕਰ ਦਿੰਨੇ ਆ, ਜਿਹੜਾ ਟੋਟਲ ਏਰੀਆ ਬਣਦਾ ਦੈਟ ਇਜ਼ ਕੋਲਡ ਐਸ ਬਿਲਟ ਅਪ ਏਰੀਆ। ਔਰ ਥਰਡ ਇਜ਼ ਸੁਪਰ ਬਿਲਟ ਅਪ ਏਰੀਆ। ਜਦੋਂ ਵੀ ਆਪਾਂ ਅਪਾਰਟਮੈਂਟਸ ਦੀ ਗੱਲ ਕਰਦੇ ਹਾਂ, ਇੱਕ ਫਲੋਰ ਦੇ ਉੱਤੇ ਦੇਖਿਆ ਜਾਵੇ ਤਾਂ ਇੱਕ ਅਪਾਰਟਮੈਂਟ ਹੁੰਦਾ ਹੈ, ਉਹਦੇ ਨਾਲ ਕੁਝ ਕਾਮਨ ਫੈਸਿਲਿਟੀਜ਼ ਹੁੰਦੀਆਂ ਨੇ। ਉਹ ਕਾਮਨ ਫੈਸਿਲਿਟੀਆਂ ਇਹ ਅਪਾਰਟਮੈਂਟ ਪਲੱਸ ਜਿਹੜੇ ਇਸ ਦੇ ਨਾਲ 3 ਜਾਂ 4 ਜਿੰਨੇ ਵੀ ਅਪਾਰਟਮੈਂਟ ਇੱਕ ਫਲੋਰ ਦੇ ਨੇ ਉਹ ਸਾਰੇ ਯੂਜ਼ ਕਰਦੇ ਨੇ। ਉਹ ਕਾਮਨ ਫੈਸਿਲਿਟੀ ਦਾ ਏਰੀਆ ਵੀ ਜਦੋਂ ਇਹਦੇ ਵਿੱਚ ਐਡ ਕਰ ਦਈਏ
it becomes super built up area. ਸੋ ਜਦੋਂ ਆਪਾਂ ਕੋਈ ਫਲੈਟ ਲੈਣਾ ਹੋਵੇ ਜਾਂ ਆਪਾਂ ਇਹਦੀ ਵੈਲਿਊ ਦੇਖਣੀ ਹੋਵੇ ਤਾਂ ਕੱਲਾ ਸਾਨੂੰ ਕਾਰਪੇਟ ਜਿੰਨਾ ਏਰੀਆ ਆਪਾਂ ਯੂਜ਼ ਕਰ ਸਕਦੇ ਹਾਂ ਉਹਦਾ ਹੀ ਚਾਰਜ ਨਹੀਂ ਕਰਦੇ, ਉਹ ਸਾਨੂੰ ਬਿਲਟ ਅਪ ਏਰੀਆ ਦਾ ਵੀ ਚਾਰਜ ਕਰਦੇ ਆ, ਪਲੱਸ ਸਾਨੂੰ ਜਿਹੜਾ ਕਾਮਨ ਸਪੇਸ ਹੈ ਉਹਦਾ ਵੀ ਨਾਲ ਚਾਰजेस ਦੇਣੇ ਪੈਂਦੇ ਨੇ। ਠੀਕ ਹੈ, ਸੋ ਜ਼ਰੂਰੀ ਨਹੀਂ ਹੈ ਜੇ ਸਾਡਾ ਫਲੈਟ 1000 ਸਕੁਅਰ ਫੀਟ ਦਾ ਕਾਰਪੇਟ ਏਰੀਆ ਹੈ ਤਾਂ ਤੁਹਾਨੂੰ ਸ਼ਾਇਦ 1500 ਜਾਂ 1200 ਜਾਂ 1300 ਸਕੁਅਰ ਫੁੱਟ ਤੱਕ ਦੇ ਵੀ ਪੈਸੇ ਦੇਣੇ ਪੈਣੇ ਆ ਉਹਦੇ ਵਿੱਚ, ਕਿਉਂਕਿ ਕਾਮਨ ਏਰੀਆ ਦੀ ਜਿਹੜੀ ਕੰਸਟਰਕਸ਼ਨ ਉਹ ਕਰ ਰਿਹਾ ਹੈ ਉਹ ਵੀ ਸਾਡਾ ਉਹਦੇ ਵਿੱਚ ਉਹਨੂੰ ਵੀ ਕੋਸਟ ਉਹਨੂੰ ਪਈ ਹੋਈ ਹੈ ਜਿਹਨੇ ਵੀ ਉਹਨੂੰ ਡਿਵੈਲਪ ਕੀਤਾ ਹੈ ਡਿਵੈਲਪਰ ਨੇ, ਸੋ ਉਹ ਤੁਹਾਨੂੰ ਟੋਟਲ ਉਹਦੀ ਕੋਸਟ ਦੇਣੀ ਪਏਗੀ। ਸੋ ਇਹ ਡਿਫਰੈਂਸ ਹੈ ਕਾਰਪੇਟ ਏਰੀਆ, ਬਿਲਟ ਅਪ ਏਰੀਆ ਐਂਡ ਸੁਪਰ ਬਿਲਟ ਅਪ ਏਰੀਆ। ਨੈਕਸਟ ਇਜ਼ ਛੱਜਾ ਜਾਂ ਸਨਸ਼ੇਡ। ਛੱਜਾਂ ਜਾਂ ਸਨਸ਼ੇਡ ਕੀ ਹੈ? ਇੱਕ ਵਿੰਡੋ ਦੇ ਉੱਪਰ ਪ੍ਰੋਜੈਕਸ਼ਨ ਦਿੱਤੀ ਹੋਈ ਹੈ, ਇਹ ਵੀ ਅਗੇਨ ਕੈਂਟੀਲੀਵਰ ਹੈਗੀ ਹੈ, ਜਿਹਦੇ ਨਾਲ ਆਪਾਂ ਵਿੰਡੋ ਨੂੰ ਪ੍ਰੋਟੈਕਟ ਕਰਦੇ ਹਾਂ ਤਾਂ ਕਿ ਬਾਰਿਸ਼ ਜਾਂ ਸੂਰਜ ਤੋਂ ਬਚਾਇਆ ਜਾ ਸਕੇ। ਠੀਕ ਹੈ, ਇਹਦੇ ਵਿੱਚ ਲਿਖਿਆ ਹੋਇਆ ਕਿ ਇਹ ਅਪ ਟੂ 18 ਇੰਚ ਵਿਡਥ ਦੀ ਹੋਣੀ ਚਾਹੀਦੀ ਹੈ। ਠੀਕ ਹੈ, ਇਸ ਦਾ ਕਹਿਣ ਦਾ ਮਤਲਬ ਹੈ ਜੇ ਆਹ ਮੇਰੇ ਕੋਲ ਇੱਕ ਦੀਵਾਰ ਹੈਗੀ ਹੈ ਤੇ ਦੀਵਾਰ 'ਚ ਮੈਂ ਇੱਕ ਛੱਜਾ ਦੇ ਰਿਹਾ, ਇੱਥੇ ਵਿੰਡੋ ਹੈਗੀ ਮੇਰੇ ਕੋਲ ਨੀਚੇ। ਠੀਕ ਹੈ, ਸੋ ਇਹ ਜਿਹੜਾ ਛੱਜਾ ਹੈ ਇਹਦੀ ਜਿਹੜੀ ਵਿਡਥ ਹੈਗੀ ਹੈ ਜਾਂ ਡੈਪਥ ਕਹਿ ਲਓ, ਇਹ 18 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਠੀਕ ਹੈ, 1.5 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। 1.5 ਫੁੱਟ ਤੋਂ ਜ਼ਿਆਦਾ ਮਤਲਬ ਜੇ ਹੋ ਜਾਵੇ ਤਾਂ ਉਹਨੂੰ ਆਪਾਂ ਕਵਰਡ ਏਰੀਆ ਦੇ ਵਿੱਚ ਐਡ ਕਰਾਂਗੇ, ਅਦਰਵਾਈਜ਼ ਉਹ ਕਵਰਡ ਏਰੀਆ ਤੋਂ ਫ੍ਰੀ ਹੈ। ਠੀਕ ਹੈ, ਨੈਕਸਟ ਇਜ਼ ਕਨਵਰਜਨ ਆਫ ਲੈਂਡ ਯੂਜ਼। ਇਹਦੇ ਵਿੱਚ ਵੀ ਆਪਾਂ ਗੱਲ ਕੀਤੀ ਹੈ ਕਿ ਯੂਸੇਜ ਕੀ ਹੋ ਰਿਹਾ ਉਸ ਜਗ੍ਹਾ ਦਾ ਲੈਂਡ ਦਾ, ਉਹ ਰੈਜ਼ੀਡੈਂਸ਼ੀਅਲ ਹੈ, ਕਮਰਸ਼ੀਅਲ ਹੈ ਜਾਂ ਇੰਡਸਟਰੀਅਲ ਹੈਗਾ ਹੈ ਜਾਂ ਪਬਲਿਕ ਲੈਂਡ ਯੂਜ਼ ਹੈਗਾ ਹੈ। ਠੀਕ ਹੈ, ਇਹਨਾਂ 'ਚੋਂ ਕੋਈ ਵੀ ਲੈਂਡ ਯੂਜ਼ ਹੈ ਉਹ 'ਚ ਆਪਾਂ ਇੱਕ ਲੈਂਡ ਯੂਜ਼ ਤੋਂ ਦੂਜੀ ਜਗ੍ਹਾ ਦੂਜਾ ਲੈਂਡ ਯੂਜ਼ ਬਣਾਉਣਾ ਹੋਵੇ, ਇਟ ਇਜ਼ ਕਾਲਡ ਐਸ ਕਨਵਰਜਨ ਆਫ ਲੈਂਡ ਯੂਜ਼ ਜਾਂ ਚੇਂਜ ਆਫ ਲੈਂਡ ਯੂਜ਼। ਠੀਕ ਹੈ, ਇਹਦੀ ਵੀ ਇੱਕ ਫੀਸ ਚਾਰਜ ਕਰਦੇ ਨੇ ਕਾਰਪੋਰੇਸ਼ਨ ਵਾਲੇ ਜਾਂ ਅਰਬਨ ਡਿਵੈਲਪਮੈਂਟ ਅਥਾਰਟੀਜ਼, ਉਹ ਹੁੰਦਾ ਹੈ CLU ਫੀਸ ਹੁੰਦੀ ਹੈ, ਜਿਹਦੇ ਵਿੱਚ ਆਪਾਂ ਇੱਕ ਲੈਂਡ ਯੂਜ਼ ਤੋਂ ਦੂਜੇ ਲੈਂਡ ਯੂਜ਼ ਵਿੱਚ ਚੇਂਜ ਕਰਦੇ ਹਾਂ। ਠੀਕ ਹੈ, ਫੋਰ ਐਗਜ਼ਾਮਪਲ ਇੱਕ ਖੇਤ ਦੇ ਵਿੱਚ ਮੰਨ ਲਓ ਇੱਕ ਖੇਤ ਸੀਗਾ ਕਿਸੇ ਦਾ, ਉਹ ਟਾਊਨ ਦੇ ਵਿੱਚ ਕਿਤੇ ਆ ਗਿਆ, ਹੁਣ ਉਹ ਕੀ ਕਰਦਾ, ਉਹ ਸੜਕ ਬਣਾ ਕੇ ਇਹਦੇ ਵਿੱਚ ਕਿਸੇ ਤਰੀਕੇ ਦੇ ਨਾਲ ਪਲੋਟਿੰਗ ਕਰ ਦਿੰਦਾ ਹੈ। ਠੀਕ ਹੈ, ਸੋ ਕੀ ਸੀਗਾ ਪਹਿਲਾਂ ਲੈਂਡ ਯੂਜ਼ ਕੀ ਸੀ? ਐਗਰੀਕਲਚਰ। ਠੀਕ ਹੈ, ਹੁਣ ਲੈਂਡ ਯੂਜ਼ ਕੀ ਹੋ ਗਿਆ? ਰੈਜ਼ੀਡੈਂਸ਼ੀਅਲ। ਸੋ ਇਹ ਜਿਹੜਾ ਚੇਂਜ ਆਫ ਲੈਂਡ ਯੂਜ਼ ਹੋਇਆ ਹੈ ਇਹਦੇ ਲਈ ਦਿਸ ਇਜ਼ ਕਾਲਡ ਐਸ ਕਨਵਰਜਨ ਆਫ ਲੈਂਡ ਯੂਜ਼, ਇਹਦੇ ਲਈ ਕੋਈ ਉਹਨੂੰ ਫੀਸ ਪੇ ਕਰਨੀ ਪੈਣੀ ਹੈ ਇੰਨੇ ਏਰੀਏ ਦੀ। ਠੀਕ ਹੈ, ਤਾਂ ਕਿ ਉਹ ਜਿਹੜਾ ਉਹ ਲੀਗਲੀ ਚੇਂਜ ਆਫ ਲੈਂਡ ਯੂਜ਼ ਨੂੰ ਪਰਸਿਊ ਕੀਤਾ ਜਾ ਸਕੇ। ਔਰ ਜ਼ਰੂਰੀ ਨਹੀਂ ਹੈ ਚੇਂਜ ਆਫ ਲੈਂਡ ਯੂਜ਼ ਹੋਏਗਾ ਹੀ ਹੋਏਗਾ, ਅਥਾਰਟੀ ਹੈ ਉਹਨੂੰ ਡਿਨਾਈ ਵੀ ਕਰ ਸਕਦੀ ਹੈ ਐਜ਼ ਪਰ ਰੂਲਸ। ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਤੁਹਾਡੇ ਕਲੋਨੀ ਦੇ ਵਿੱਚ ਕੋਈ ਸ਼ਾਪਿੰਗ ਮਾਲ ਦਾ ਮੰਨ ਲਓ ਪ੍ਰਪੋਜ਼ਲ ਆ ਜਾਵੇ ਤਾਂ ਉਹਨੂੰ ਜਨਰਲੀ ਕਾਰਪੋਰੇਸ਼ਨ ਡਿਨਾਈ ਕਰ ਦੇਗੀ, ਕਿਉਂਕਿ ਉਹ ਛੋਟੇ ਏਰੀਆ ਦੇ ਵਿੱਚ ਜਦੋਂ ਜੇ ਮਾਲ ਦੀ ਗੱਲ ਕਰੀਏ ਤਾਂ ਉਹਦੀ ਪਾਰਕਿੰਗ ਸਪੇਸ ਹੈ ਜਾਂ ਰਸ਼ ਹੈਗਾ ਹੈ ਉਹਨੂੰ ਵੀ ਦੇਖਣਾ ਪੈਣਾ, ਉਹਨੂੰ ਡਿਨਾਈ ਵੀ ਕੀਤਾ ਜਾ ਸਕਦਾ। ਜ਼ਰੂਰੀ ਨਹੀਂ ਹੈ ਚੇਂਜ ਆਫ ਲੈਂਡ ਯੂਜ਼ ਹਮੇਸ਼ਾ ਉਹਨੂੰ ਮੰਨਿਆ ਹੀ ਜਾਵੇ। ਠੀਕ ਹੈ, ਉਹ ਰਿਕੁਐਸਟ ਨੂੰ ਉਹਨੂੰ ਡਿਨਾਈ ਵੀ ਕੀਤਾ ਜਾ ਸਕਦਾ ਹੈ। Next is courtyard. It is space permanently open to sky enclosed fully or partially by buildings. ਇਹ ਗਰਾਊਂਡ ਲੈਵਲ ਤੇ ਵੀ ਹੋ ਸਕਦੀ ਹੈ ਜਾਂ ਉੱਪਰਲੇ ਲੈਵਲ ਤੇ ਵੀ ਹੋ ਸਕਦੀ ਹੈ। ਇਹਦੀ ਆਪਾਂ ਜੇ ਇੱਕ ਸਕੈਚ ਦੇ ਨਾਲ ਦੇਖੀਏ, ਮੰਨ ਲਓ ਇੱਕ ਫੋਰ ਐਗਜ਼ਾਮਪਲ ਕੁਛ ਇਸ ਤਰੀਕੇ ਦੀ ਬਿਲਡਿੰਗ ਹੈਗੀ ਹੈ ਔਰ ਵਿੱਚ ਏਰੀਆ ਉਹਦੇ ਵਿੱਚ ਖਾਲੀ ਰਹਿ ਜਾਂਦਾ ਹੈ ਤੇ ਦੂਸਰੇ ਪਾਸੇ ਫਿਰ ਉਸੇ ਬਿਲਡਿੰਗ ਦਾ ਇੱਕ ਪਾਰਟ ਹੈਗਾ ਹੈ ਜਿਹੜਾ ਵਿੱਚ ਵਾਲਾ ਏਰੀਆ ਹੈ, ਜੇ ਇਹ ਓਪਨ ਟੂ ਸਕਾਈ ਹੋਵੇ ਹਮੇਸ਼ਾ ਦੈਨ ਦੈਟ ਇਜ਼ ਕਾਲਡ ਐਸ ਕੋਰਟਯਾਰਡ। ਠੀਕ ਹੈ, ਔਰ ਇਹਦੇ ਵਿੱਚ ਦਿੱਤਾ ਹੋਇਆ ਕਿ ਗਰਾਊਂਡ ਫਲੋਰ ਤੇ ਵੀ ਹੋ ਸਕਦੀ ਹੈ, ਉੱਪਰਲੇ ਫਲੋਰ ਤੇ ਵੀ ਹੋ ਸਕਦੀ ਹੈ। ਉੱਪਰਲੇ ਫਲੋਰ ਤੇ ਐਗਜ਼ਾਮਪਲ ਮੰਨ ਲਓ ਕੁਛ ਇਸ ਤਰੀਕੇ ਦੀ ਬਿਲਡਿੰਗ ਇੱਕ ਪਾਸੇ ਬਣੀ ਹੋਈ ਹੈ ਔਰ ਇਸ ਤਰੀਕੇ ਦੀ ਬਿਲਡਿੰਗ ਇੱਕ ਪਾਸੇ ਬਣੀ ਹੋਈ ਹੈ। ਸੋ ਦਿਸ ਇਜ਼
also courtyard and this is also courtyard. ठीक है, ग्राउंड फ्लोर ਤੇ ਵੀ ਕੋਰਟਯਾਰਡ ਹੋ ਸਕਦਾ, ਉੱਪਰਲੇ ਫਲੋਰ ਤੇ ਵੀ ਹੋ ਸਕਦਾ, ਬਸ਼ਰਤੇ ਕਿ ਉਹ ਬਿਲਡਿੰਗਸ ਨਾਲ ਇਨਕਲੋਜ਼ ਹੋਵੇ ਤੇ ਓਪਨ ਟੂ ਸਕਾਈ ਹੋਵੇ। ਠੀਕ ਹੈ, ਸੋ ਇਹਦੇ ਨਾਲ ਆਪਾਂ ਦੇਖੋ ਡੈਫੀਨੇਸ਼ਨ ਦਾ ਮਤਲਬ ਨਿਕਲ ਕੇ ਆ ਰਿਹਾ। ਹੁਣ ਆਪਾਂ ਕਿਸੇ ਵੀ ਸਪੇਸ ਨੂੰ ਕੋਰਟਯਾਰਡ ਨਹੀਂ ਕਹਿ ਸਕਦੇ। ਠੀਕ ਹੈ, ਮੰਨ ਲਓ ਆਪਣਾ ਫਸਟ ਫਲੋਰ ਦੇ ਉੱਤੇ ਇੱਕ ਬਾਲਕਨੀ ਹੈਗੀ ਹੈ, तो बालकनी की डेफिनेशन अलग आ रही है और कोर्टयार्ड की डेफिनेशन अलग आ रही है। नैक्सट इज एनक्रोचमेंट। ਜਦੋਂ ਕੋਈ ਵੀ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਹੋ ਜਾਂਦਾ ਹੈ ਕਿਸੇ ਵੀ ਤਰੀਕੇ ਦਾ, ਸਰਕਾਰੀ ਤੋਂ ਇਲਾਵਾ ਪ੍ਰਾਈਵੇਟ ਤੇ ਵੀ ਕਬਜ਼ਾ ਹੋ ਸਕਦਾ ਹੈ, ਦੈਟ ਇਜ਼ ਆਲ ਐਨਕਰੋਚਮੈਂਟ। ਇਹਦੀ ਐਗਜ਼ਾਮਪਲ ਦਈਏ, ਜਿੱਦਾਂ ਫॉर ਐਗਜ਼ਾਮਪਲ ਆਪਾਂ ਦੇਖ ਲੈਂਦੇ ਹਾਂ ਕਿ ਇੱਕ ਸੜਕ ਦੇ ਨਾਲ ਕਿਸੇ ਨੇ ਪਹਿਲਾਂ ਛੋਟਾ ਜਿਹਾ ਟੈਂਟ ਖੜਾ ਕਰਕੇ ਕੁਝ ਆਪਣਾ ਕੰਮ ਕੀਤਾ, ਫਿਰ ਦੈਨ ਹੌਲੀ ਹੌਲੀ ਉਹਨੇ ਥੋੜਾ ਉੱਥੇ ਖੋਖਾ ਟਾਈਪ ਜਿਹਾ ਇੱਕ ਸਟਾਰਟ ਕਰ ਲਿਆ, ਦੈਨ ਹੌਲੀ ਹੌਲੀ ਉਹਨੇ ਇੱਟਾਂ ਲਗਾ ਕੇ ਉੱਥੇ ਆਪਣਾ ਕੰਮ ਸਟਾਰਟ ਕਰ ਲਿਆ। ਠੀਕ ਹੈ, ਉਹ ਹੌਲੀ ਹੌਲੀ ਕੀ ਕਰ ਰਿਹਾ, ਐਨਕਰੋਚਮੈਂਟ ਕਰੀ ਜਾ ਰਿਹਾ। ਉਹ ਟੈਂਪਰੇਰੀ ਵੀ ਹੋ ਸਕਦੀ ਹੈ, ਉਹ ਪਰਮਾਨੈਂਟ ਵੀ ਹੋ ਸਕਦੀ ਹੈ। ਠੀਕ ਹੈ, ਟੈਂਪਰੇਰੀ ਮਤਲਬ ਜਿਹਨੂੰ ਮੇਬੀ ਉਹਨੂੰ ਆਪਾਂ ਆਰਾਮ ਨਾਲ ਉਹਨੂੰ ਖਤਮ ਕਰ ਸਕਦੇ ਹਾਂ, ਜਿਹਦੇ ਵਿੱਚ ਕੋਈ ਪਰਮਾਨੈਂਟ ਸਟਰਕਚਰ ਨਹੀਂ ਬਣਿਆ ਹੋਇਆ, ਮਤਲਬ ਇੱਟਾਂ ਦੀਵਾਰਾਂ ਜਾਂ ਕਾਲਮ ਇੱਦਾਂ ਚੀਜ਼ਾਂ ਨਹੀਂ ਬਣੀਆਂ ਹੋਈਆਂ, ਉਹ ਟੈਂਪਰੇਰੀ ਹੁੰਦਾ, ਅਦਰਵਾਈਜ਼ ਦੈਟ ਇਜ਼ ਪਰਮਾਨੈਂਟ। ਸੋ ਐਨਕਰੋਚਮੈਂਟ ਜਿਹੜੀ ਸਰਕਾਰੀ ਜ਼ਮੀਨ ਦੇ ਉੱਤੇ ਹੈ ਉਹਦੀ ਗੱਲ ਆਪਾਂ ਇਹਦੇ ਵਿੱਚ ਹੋ ਰਹੀ ਹੈ। ਸੋ ਇਹ ਕਿਉਂ ਲਫ਼ਜ਼ ਆਇਆ ਹੈ, ਕਿਉਂਕਿ ਆਪਾਂ ਜਦੋਂ ਵੀ ਕੋਈ ਕੰਸਟਰਕਸ਼ਨ ਦੀ ਨਕਸ਼ਾ ਪਾਸ ਕਰਦੇ ਹਾਂ ਜਾਂ ਨਕਸ਼ਾ ਅਪਲਾਈ ਕਰਦੇ ਹਾਂ, ਤਾਂ ਉਹਦੇ 'ਚ ਉਹ ਦੇਖਦੇ ਆ ਕਿ ਕਿਸੇ ਤਰੀਕੇ ਦੀ ਐਨਕਰੋਚਮੈਂਟ ਤਾਂ ਨਹੀਂ ਹੋ ਰਹੀ ਹੈਗੀ ਇਹਦੇ ਵਿੱਚ। ਸੋ ਇਸ ਕਰਕੇ ਬਿਲਡਿੰਗ ਬਾਇਲੋਜ਼ ਦੇ ਵਿੱਚ ਇਹ ਡੈਫੀਨੇਸ਼ਨ ਦੀ ਵੀ ਇੰਪੋਰਟੈਂਸ ਹੈਗੀ ਹੈ। ਨੈਕਸਟ ਇਜ਼ ਕਵਰਡ ਏਰੀਆ। ਇਹ ਸਭ ਤੋਂ ਮੇਨ ਡੈਫੀਨੇਸ਼ਨ ਹੈ ਕਵਰਡ ਏਰੀਆ। ਇਸ ਬਿਲਡਿੰਗ ਬਾਇਲੋ ਸਾਰੇ ਦਾ ਮਕਸਦ ਹੀ ਇਹ ਹੈ ਕਿ ਆਪਾਂ ਕੀ ਕਵਰਡ ਏਰੀਆ ਹੈਗਾ ਆ ਔਰ ਕਿਹੜਾ ਏਰੀਆ ਆਪਾਂ ਛੱਤ ਤਾਂ ਪਾ ਰਹੇ ਹਾਂ ਬਟ ਉਹ ਨੋਨ ਕਵਰਡ ਏਰੀਆ ਹੈਗਾ। ਠੀਕ ਹੈ, ਇਹ ਦੋ ਚੀਜ਼ਾਂ ਮੇਨ ਹੈਗੀਆਂ ਨੇ ਕਿ ਪੋਰਚ ਹੈ, ਜਿੱਦਾਂ ਆਪਾਂ ਕੈਨੋਪੀ ਦੀ ਗੱਲ ਕੀਤੀ ਹੈ। ਕੈਨੋਪੀ ਜੇ ਉਹਦੇ ਵਿੱਚ ਲਿਖਿਆ ਹੋਇਆ ਕਿ ਕੈਨੋਪੀ ਜੇ 6 ਫੁੱਟ ਤੱਕ ਹੈਗੀ ਹੈ ਦੈਨ ਦੈਟ ਇਜ਼ ਨੋਨ ਕਵਰਡ ਏਰੀਆ। ਜੇ 6 ਫੁੱਟ ਤੋਂ ਜ਼ਿਆਦਾ ਇਟ ਕਮਸ ਅੰਡਰ ਕਵਰਡ ਏਰੀਆ। ਠੀਕ ਹੈ, ਛੱਜੇ ਦੀ ਗੱਲ ਕੀਤੀ ਹੈ, ਜੇ ਛੱਜਾ 18 ਇੰਚ ਤੋਂ ਘੱਟ ਹੈ ਦੈਨ ਇਟ ਇਜ਼ ਨੋਨ ਕਵਰਡ ਏਰੀਆ। ਜੇ 18 ਇੰਚ ਤੋਂ ਜ਼ਿਆਦਾ ਵਿਡਥ ਉਹਦੀ ਹੈਗੀ ਹੈ ਦੈਨ ਇਟ ਕਮਸ ਅੰਡਰ ਕਵਰਡ ਏਰੀਆ। ਠੀਕ ਹੈ, ਸੋ ਜਿਹੜੀ ਸਾਰੀ ਬਿਲਡਿੰਗ ਬਾਇਲੋਜ਼ ਦੀ ਲੜਾਈ ਹੈ ਇੱਕ ਤਰੀਕੇ ਦੀ, ਉਹਦਾ ਮੇਨ ਮਕਸਦ ਹੈ ਕਵਰਡ ਏਰੀਆ ਨੂੰ ਡਿਫਾਈਨ ਕਰਨਾ ਕਿ ਕਿਹਨੂੰ ਕਵਰਡ ਏਰੀਆ ਕਿਹਾ ਜਾਣਾ ਹੈ ਔਰ ਕਿਹਨੂੰ ਨਹੀਂ ਕਿਹਾ ਜਾਣਾ। ਕਵਰਡ ਏਰੀਆ ਸਰ ਕੱਢਣ ਦੱਸਦੇ ਪਏ। ਠੀਕ ਹੈ, ਨੈਕਸਟ ਇਹਦੇ ਵਿੱਚ ਹੁਣ ਆ ਗਿਆ ਕਿ ਜਿੰਨਾ ਵੀ ਜਗ੍ਹਾ ਦੇ ਉੱਤੇ ਆਪਾਂ ਛੱਤ ਪਾਈ ਹੋਈ ਹੈ ਦੈਟ ਇਜ਼ ਕਵਰਡ ਏਰੀਆ। ਜਿੰਨੀ ਵੀ ਆਪਾਂ ਕੰਸਟਰਕਸ਼ਨ ਕਰ ਰਹੇ ਹਾਂ ਦੈਟ ਇਜ਼ ਕਵਰਡ ਏਰੀਆ। ਐਕਸੈਪਟ ਕੀ ਹੈ, फर्स्ट इज कंपाउंड वॉल, गेट, कैनोपी, अनकवर्ड और कैंटिलीवर्ड स्टेयरकेसेस। ठीक है, जिन्नी भी बाउंड्री वाल है वो भी कवर्ड एरिया विच नहीं आएगी। कोई गेट बनाया होया है, गेट के उत्ते कोई माड़ी मोटी छत पाई हुई है, दैट इज नॉट कवर्ड एरिया। कैनोपी है जिहड़ी आपां गल कीती है कि कैनोपी दी डेफिनेशन दे हिसाब नाल दैट इज आल्सो कवर्ड एरिया फ्री। ठीक है, या फिर कैंटिलीवर्ड स्टेयरकेस है जिहड़ी ओपन है एटलीस्ट ऑन 3 साइड्स ਤੇ ਓਪਨ ਟੂ ਸਕਾਈ ਹੈ, ਉਹ ਵੀ ਕਵਰਡ ਏਰੀਆ ਦੇ ਵਿੱਚ ਨਹੀਂ ਆਏਗੀ। ਹੁਣ ਆਪਾਂ ਸਟੇਅਰਕੇਸ ਤੱਕ ਕੰਸਟਰਕਟ ਕੀਤੀ ਹੋਈ ਹੈ, ਕੰਸਟਰਕਸ਼ਨ ਹੋਈ ਹੈ ਤਾਂ ਉਹਦੇ ਨੀਚੇ ਛੱਤ ਤਾਂ ਬਣੀ ਹੋਈ ਹੈ ਬਟ ਆਪਾਂ ਉਹਨੂੰ ਕਵਰਡ ਏਰੀਆ ਨਹੀਂ ਕਾਊਂਟ ਕਰਾਂਗੇ ਜਦ ਤੱਕ ਉਹ ਤਿੰਨ ਪਾਸੋਂ ਓਪਨ ਹੋਵੇ ਔਰ ਓਪਨ ਟੂ ਸਕਾਈ ਵੀ ਹੋਵੇ। ਔਰ ਛੱਜਾ ਜਿਹੜਾ 18 ਇੰਚ ਤੱਕ ਦਾ ਹੋਵੇ ਉਹਨੂੰ ਵੀ ਆਪਾਂ ਕਵਰਡ ਏਰੀਆ ਵਿੱਚ ਨਹੀਂ ਲਵਾਂਗੇ। ਠੀਕ ਹੈ, ਫॉर ऑल काइंड्स ऑफ बिल्डिंग एक्सेप्ट कमर्शियल बिल्डिंग्स या कैंटिलीवर्ड पोर्च पोर्टिको। ठीक है, सो कमर्शियल बिल्डिंग ਦੇ ਵਿੱਚ ਇਹ ਚੀਜ਼ਾਂ ਆਪਾਂ ਕਵਰਡ ਏਰੀਆ ਵਿੱਚ ਕਾਊਂਟ ਕਰਾਂਗੇ। ਇਸ ਤੋਂ ਇਲਾਵਾ ਜਿਹੜੀਆਂ ਬਿਲਡਿੰਗਸ ਹੈਗੀਆਂ ਉਹਦੇ ਵਿੱਚ ਇਹ ਕਵਰਡ ਏਰੀਆ ਵਿੱਚ ਨਹੀਂ ਕਾਊਂਟ ਹੋਣਗੀਆਂ। ਹੋਰ ਕੋਈ ਗਾਰਡਨ ਬਣਾਇਆ ਹੋਇਆ, ਕੋਈ ਵੈਲ ਬਣਾਇਆ ਹੋਇਆ, ਵੈਲ ਸਟਰਕਚਰ ਹੈ, ਪਲਾਂਟਸ ਹੈ, ਨਰਸਰੀ ਹੈ, ਵਾਟਰ ਪੂਲ ਹੈਗਾ, ਇਵਨ ਸਵਿਮਿੰਗ ਪੂਲ ਵੀ ਜੇ ਆਪਾਂ ਬਾਹਰ ਬਣਾਇਆ ਹੋਇਆ ਦੈਟ ਇਜ਼ ਆਲਸੋ ਨੋਟ ਕਵਰਡ ਏਰੀਆ। ਜੇ ਆਪਾਂ ਉਹਨੂੰ ਕਵਰ ਕਰ ਦਈਏ ਦੈਨ ਇਟ ਕਮਸ ਅੰਡਰ ਕਵਰਡ ਏਰੀਆ। ਠੀਕ ਹੈ, ਪਲੇਟਫਾਰਮ ਅਰਾਊਂਡ ਅ ਟਰੀ ਥੜਾ ਬਣਾਇਆ ਹੋਇਆ ਉਹ ਵੀ ਕਵਰਡ ਏਰੀਆ ਵਿੱਚ ਨਹੀਂ ਕਾਊਂਟ ਕਰਨਾ। ਆਪਾਂ ਇਹ ਜਿਹੜੀ ਗੱਲ ਕਰ ਰਹੇ ਕਿ ਕਵਰਡ ਏਰੀਆ ਵਿੱਚ ਕੀ ਕਾਊਂਟ ਨਹੀਂ ਕਰਨਾ। ਠੀਕ ਹੈ,
और कोई भी एनक्लोज बाय साइड्स बाय वॉल हैगा बट ओपन हैगा है, सो भी कवर्ड एरिया विच नहीं करना ਆਪਾਂ काउंट। नैक्सट कोई ड्रेनेज सिस्टम के लिए बनाया होया है ਆਪਾਂ पिट बनाई हुई हैगी है, चैंबर बनाए हुए ने, इंस्पैक्शन चैंबर है या साडे कोल गली ट्रैप हैगा, कोई गटर बनाया होया है, वो सारे भी कवर्ड एरिया विच नहीं काउंट करने। Cantilevered roof projection up to 3 feet projected from the finished level of the wall to the extent of maximum 50% of the circumference of covered area। ਇਹਦਾ ਕਹਿਣ ਦਾ ਮਤਲਬ ਹੈ ਆਪਾਂ ਦੇਖਿਆ ਹੋਏਗਾ ਕਿ ਆਪਾਂ ਜਦੋਂ ਵੀ ਘਰ ਦੀ ਛੱਤ ਪਾਉਂਦੇ ਆ, ਮੰਨ ਲਓ ਇਹ ਬਿਲਡਿੰਗ ਹੈਗੀ, ਆਪਾਂ ਕੀ ਕਰਦੇ ਹਾਂ ਸਾਰੇ ਪਾਸੇ ਥੋੜੀ ਥੋੜੀ ਛੱਤ ਬਾਹਰ ਕੱਢ ਲੈਂਦੇ ਆ, ਠੀਕ ਹੈ। ਉਹ ਕਹਿ ਰਿਹਾ ਕਿ ਇਹ ਜਿਹੜੀ ਛੱਤ ਵੀ ਆਪਾਂ 3 ਫੁੱਟ ਤੱਕ ਜੇ ਬਾਹਰ ਕੱਢੀ ਹੈ ਤਾਂ that is not covered under covered area, ਬਸ਼ਰਤੇ ਕਿ ਉਹ 50% ਤੋਂ ਜ਼ਿਆਦਾ ਨਾ ਹੋਵੇ, ਠੀਕ ਹੈ। ਇਹਦਾ ਮਤਲਬ ਹੈ ਵੀ ਜੇ ਇਹਦੀ ਸਰਕਮਫਰੈਂਸ ਕਾਊਂਟ ਕੀਤੀ ਜਾਵੇ ਟੋਟਲ ਜਿੰਨੀ ਇਹਦਾ ਡਾਇਮੈਂਸ਼ਨ ਹੈਗੀ ਹੈ ਜੋੜ ਕੇ, ਉਹ ਸਰਕਮਫਰੈਂਸ ਦਾ 50%, ਠੀਕ ਹੈ। 50% ਮੋਟਾ ਮੋਟਾ ਲਗਾ ਲਓ ਕਿ ਜੇ ਆਪਾਂ ਪ੍ਰੋਜੈਕਸ਼ਨ ਦੇਣੀ ਹੈ ਤਾਂ ਜੇ ਅਗਰ ਇੰਨੀ ਪ੍ਰੋਜੈਕਸ਼ਨ ਦਿੱਤੀ ਹੈ ਮਤਲਬ ਅੱਧੀ ਬਿਲਡਿੰਗ ਤੇ ਪ੍ਰੋਜੈਕਸ਼ਨ ਦਿੱਤੀ ਹੈ, ਇਟ ਡਜ਼ਨਟ ਕਮਸ ਅੰਡਰ ਕਵਰਡ ਏਰੀਆ। ਜੇ ਮੈਂ ਸਾਰੀ ਬਿਲਡਿੰਗ ਦੇ ਚਾਰੋਂ ਪਾਸੇ ਪ੍ਰੋਜੈਕਸ਼ਨ ਦੇ ਦਾਂਗਾ ਤਾਂ ਜਿਹੜਾ ਹਾਫ ਏਰੀਆ ਜਿੰਨਾ ਵੀ ਹੈਗਾ ਹੈ ਉਹ ਮੈਨੂੰ ਕਵਰਡ ਏਰੀਆ ਵਿੱਚ ਕਾਊਂਟ ਕਰਨਾ ਪਏਗਾ, ਹਾਫ ਮੇਰਾ ਕਵਰਡ ਏਰੀਆ ਤੋਂ ਫ੍ਰੀ ਹੋ ਜਾਏਗਾ, ਠੀਕ ਹੈ। ਨੈਕਸਟ ਇਜ਼ ਕੋਈ ਵੀ ਪੋਰਚ ਦਿੱਤਾ ਹੈ, ਪੋਰਟਿਕੋ ਗੈਰਾਜ ਦਿੱਤਾ ਹੋਇਆ ਜਿਹੜਾ ਕਿ ਸਾਈਡ ਦੇ ਵਿੱਚ ਦਿੱਤਾ ਹੋਇਆ, ਆਪਾਂ ਬਿਲਡਿੰਗ ਦੇ ਸਾਈਡਾਂ 'ਤੇ ਜਗ੍ਹਾ ਛੱਡੀ ਹੈ ਔਰ ਉਹਨੂੰ ਆਪਾਂ ਪੋਰਚ ਯੂਜ਼ ਕਰ ਰਹੇ ਹਾਂ, ਉਹ ਵੀ ਕਵਰਡ ਏਰੀਆ ਵਿੱਚ ਕਾਊਂਟ ਨਹੀਂ ਹੋਏਗਾ। ਬਟ ਘੱਟੋ ਘੱਟ ਜਿਹੜੀ ਵਿਡਥ ਆਫ ਸਾਈਡ ਸੈਟਬੈਕ ਹੈ ਉਹ 9 ਫੀਟ ਹੋਣੀ ਚਾਹੀਦੀ ਹੈ। ਇਹਦਾ ਮਤਲਬ ਇੱਕ ਪਲਾਟ ਇਸ ਤਰੀਕੇ ਦਾ ਮੰਨ ਲਓ ਮੇਰਾ ਹੈਗਾ ਹੈ ਤਾਂ ਮੈਂ ਅੰਦਰ ਬਿਲਡਿੰਗ ਬਣਾਈ ਹੋਈ ਹੈ ਤੇ ਆਹ ਜੇ ਸਾਈਡ ਦੇ ਉੱਤੇ ਮੈਂ ਇੱਥੇ ਕੁਝ ਪੋਰਚ ਦੇਣਾ ਚਾਹੁੰਦਾ ਹਾਂ ਤੇ ਜੇ ਘੱਟੋ ਘੱਟ 9 ਫੁੱਟ ਦੀ ਹੈਗੀ ਹੈ ਤਾਂ ਇਟ ਆਲਸੋ ਡਜ਼ਨਟ ਕਮਸ ਅੰਡਰ ਕਵਰਡ ਏਰੀਆ। ਔਰ ਇਟ ਸ਼ੈਲ ਓਨਲੀ ਕਵਰ 1/3 ਆਫ ਦਾ ਟੋਟਲ ਡੈਪਥ ਆਫ ਪਲਾਟ। ਜਿੰਨੀ ਇਹ ਡੈਪਥ ਹੈਗੀ ਹੈ ਪਲਾਟ ਦੀ, ਮੰਨ ਲਓ 30 ਫੁੱਟ ਹੈ ਤੇ ਆਪਾਂ ਇਹਦਾ ਜਿਹੜਾ ਜਿੰਨਾ ਆਹ ਪੋਰਚ ਬਣਾਣੀ ਹੈ ਸਿਰਫ 10 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਠੀਕ ਹੈ। ਮਤਲਬ 1/3 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਔਰ ਇਹਦੀ ਜਿਹੜੀ ਕਲੀਅਰ ਹਾਈਟ ਹੈ ਉਹ 8 ਫੁੱਟ 3 ਇੰਚਜ਼ ਹੋਣੀ ਚਾਹੀਦੀ ਹੈ। ਸੋ ਪੋਰਚ ਜੇ ਆਪਾਂ ਕਵਰਡ ਏਰੀਆ ਵਿੱਚ ਕਾਊਂਟ ਨਹੀਂ ਕਰਨੀ ਤਾਂ ਸਾਨੂੰ ਇਹ ਰੂਲਸ ਫੋਲੋ ਕਰਨੇ ਪੈਣੇ ਉਹਦੇ। ਜੇ ਇਹ ਰੂਲ ਨਹੀਂ ਫੋਲੋ ਹੋਣਗੇ ਤਾਂ ਉਹ ਕਵਰਡ ਏਰੀਆ ਦੇ ਵਿੱਚ ਕਾਊਂਟ ਹੋ ਜਾਏਗੀ, ਠੀਕ ਹੈ। ਹਾਊਐਵਰ ਇਟ ਸ਼ੈਲ ਬੀ ਕਾਊਂਟਡ ਐਜ਼ ਕਵਰਡ ਏਰੀਆ। ਇਹਦੇ ਵਿੱਚ ਇੱਕ ਲਾਸਟ ਲਾਈਨ ਸੀਗੀ, ਇਹਨੂੰ ਮੈਂ ਇੱਕ ਦੋ ਵਾਰੀ ਦੁਬਾਰਾ ਪੜ੍ਹਿਆ ਬਟ ਮੇਰੇ ਖਿਆਲ ਨਾਲ ਇਸ ਦਾ ਮਤਲਬ ਇਹ ਹੈ ਕਿ ਇਹਦੀ ਕਵਰਡ ਏਰੀਆ ਦੀ ਫੀਸ ਲਈ ਜਾਵੇਗੀ, ਠੀਕ ਹੈ, ਕਿਉਂਕਿ ਕਵਰਡ ਏਰੀਆ ਦੀ ਫੀਸ ਦੇਣੀ ਪੈਂਦੀ ਜਦੋਂ ਵੀ ਆਪਾਂ ਨਕਸ਼ਾ ਪਾਸ ਕਰਾਉਂਦੇ ਹਾਂ, ਠੀਕ ਹੈ। ਇਹ ਫੀਸ ਦੇ ਵਿੱਚ ਕਾਊਂਟ ਹੋਏਗਾ ਬਟ ਅਦਰਵਾਈਜ਼ ਇਹਨੂੰ ਕਵਰਡ ਏਰੀਆ ਵਿੱਚ ਆਪਾਂ ਕਾਊਂਟ ਨਹੀਂ ਕਰਾਂਗੇ, ਠੀਕ ਹੈ। ਨੈਕਸਟ ਹੈ ਰੈਂਪਸ ਕੋਈ ਪ੍ਰੋਵਾਈਡ ਕੀਤਾ ਹੋਇਆ ਹੈ ਜਿਹੜਾ ਕਿ ਆਪਾਂ ਜਿੱਦਾਂ ਜਿੱਦਾਂ ਆਪਣੇ ਕਾਲਜ ਦੇ ਵਿੱਚ ਰੈਂਪ ਪ੍ਰੋਵਾਈਡ ਕੀਤਾ ਹੋਇਆ ਹੈ ਉਹ ਵੀ ਕਵਰਡ ਏਰੀਆ ਵਿੱਚ ਕਾਊਂਟ ਨਹੀਂ ਹੋਏਗਾ, ਠੀਕ ਹੈ। ਕਿਉਂਕਿ ਜਨਰਲੀ ਜਿਹੜਾ ਰੈਂਪ ਹੈ ਉਹ ਇਸੇ ਚੀਜ਼ ਲਈ ਸਪੈਸ਼ਲੀ ਏਬਲ ਪਰਸਨ ਵਾਸਤੇ ਹੀ ਦਿੱਤਾ ਜਾਂਦਾ ਹੈ, ਠੀਕ ਹੈ। ਸੋ ਉਹਨੂੰ ਵੀ ਆਪਾਂ ਇੱਥੇ ਲਿਖਿਆ FAR ਜਾਂ ਗਰਾਊਂਡ ਕਵਰੇਜ ਵਿੱਚ ਕਾਊਂਟ ਨਹੀਂ ਕੀਤਾ ਜਾਏਗਾ, ਕਿ ਯਾਨੀ ਕਵਰਡ ਏਰੀਆ ਵਿੱਚ ਕਾਊਂਟ ਨਹੀਂ ਕੀਤਾ ਜਾਏਗਾ। FAR ਨੂੰ ਆਪਾਂ ਨੈਕਸਟ ਡਿਟੇਲ ਵਿੱਚ ਕਵਰ ਕਰਾਂਗੇ, ਠੀਕ ਹੈ। ਸਾਰਾ ਜਿਹੜਾ ਬਾਇਲੋਜ਼ ਦਾ ਰੋਲਾ ਹੈ ਉਹ ਕਵਰਡ ਏਰੀਆ ਦੇ ਉੱਤੇ ਹੀ ਹੈਗਾ ਹੈ, ਸੋ ਇਸ ਕਰਕੇ ਕਵਰਡ ਏਰੀਆ ਦੀ ਡੈਫੀਨੇਸ਼ਨ ਹੈ ਉਹ ਸਾਨੂੰ ਸਹੀ ਤਰੀਕੇ ਨਾਲ ਪਤਾ ਹੋਣੀ ਚਾਹੀਦੀ ਹੈ। ਨੈਕਸਟ ਇਜ਼ ਫਲੋਰ ਏਰੀਆ ਰੇਸ਼ੀਓ। ਇਹ ਇੱਕ ਤਰ੍ਹਾਂ ਨਾਲ ਕਵਰਡ ਏਰੀਆ ਦੇ ਉੱਤੇ ਡਿਪੈਂਡੈਂਟ ਹੈਗੀ ਹੈ। ਫਲੋਰ ਏਰੀਆ ਰੇਸ਼ੀਓ ਦਾ ਮਤਲਬ ਕੀ ਹੈਗਾ ਹੈ ਕਿ ਇੱਕ ਪਲਾਟ ਦੇ ਵਿੱਚ ਮੈਂ ਕਿੰਨਾ ਕਵਰ ਏਰੀਆ ਕੀਤਾ ਹੋਇਆ ਹੈ ਗਰਾਊਂਡ ਫਲੋਰ ਤੇ, ਕਿੰਨਾ ਕਵਰ ਏਰੀਆ ਕੀਤਾ ਹੋਇਆ ਫਸਟ ਫਲੋਰ ਤੇ, ਜਾਂ ਜਿੰਨੇ ਵੀ ਉੱਪਰਲੇ ਸਾਰੇ ਫਲੋਰ ਹੈਗੇ ਆ ਉਹਨਾਂ ਤੱਕ ਜਿੰਨਾ ਵੀ ਕਵਰਡ ਏਰੀਆ ਮੈਂ ਕੀਤਾ ਹੋਇਆ ਉਹਨਾਂ ਸਾਰਿਆਂ ਨੂੰ ਐਡ ਕਰ ਲੈਣਾ, ਠੀਕ ਹੈ। ग्राउंड ਤੇ ਕਵਰਡ ਏਰੀਆ ਉੱਪਰ ਔਰ ਉਸ ਤੋਂ ਉੱਪਰ ਸਾਰਾ ਆਪਾਂ ਐਡ ਕਰ ਲੈਣਾ ਟੋਟਲ ਕਵਰਡ ਏਰੀਆ ਡਿਵਾਈਡਡ ਬਾਈ ਪਲਾਟ ਏਰੀਆ, ਠੀਕ ਹੈ। ਮੰਨ ਲਓ ਫॉर ਐਗਜ਼ਾਮਪਲ ਮੇਰੇ ਕੋਲ ਪਲਾਟ ਜਿਹੜਾ ਹੈ ਮੰਨ ਲਓ 30 ਫੁੱਟ ਬਾਏ, ਠੀਕ ਹੈ, 60 ਫੁੱਟ ਦਾ ਹੈਗਾ ਹੈ, ਠੀਕ ਹੈ। ਸੋ ਇਹਦਾ ਮਤਲਬ ਜਿਹੜੇ ਕੋ ਮੇਰੇ का ਪਲਾਟ ਏਰੀਆ 1800 ਸਕੁਅਰ ਫੀਟ ਹੋ ਗਿਆ, ਠੀਕ ਹੈ। ਮੰਨ ਲਓ ਗਰਾਊਂਡ ਫਲੋਰ ਤੇ ਮੇਰੇ ਕੋਲ
300 स्क्वायर फीट कवर्ड एरिया हैगा, ठीक है। और ऊपर मेरे को आके से 300 हो रहा है, 300 हो रहा है, 3 स्टोरी मेरा 900 स्क्वायर फीट कवर एरिया हो गया। तो मेरी जी FAR है वो आ गई 900 बटा 1800, ठीक है। टोटल कवर्ड एरिया 900 हो गया बटा टोटल प्लॉट एरिया, ठीक है। सो FAR मेरी आ गई 1:2, 1:2। ਇਹਨੂੰ ਆਪਾਂ ਫਲੋਰ ਸਪੇਸ ਇੰਡੈਕਸ ਵੀ ਕਹਿ ਦਿੰਦੇ ਆ। ਫਲੋਰ ਸਪੇਸ ਇੰਡੈਕਸ ਕੀ ਹੁੰਦਾ ਹੈ? ਨੰਬਰ ਜਿਹੜਾ ਆਪਾਂ ਪਿੱਛੇ ਰੇਸ਼ੋ ਕੈਲਕੂਲੇਟ ਕੀਤੀ ਹੈ ਉਹ 1:2 ਸੀਗਾ, ਦੈਟ ਇਜ਼ FAR। ਜੇ FSI ਕਰਨੀ ਹੋਵੇ ਇਹਨੂੰ ਆਪਾਂ ਲਿਖ ਦਾਂਗੇ 0.5। ਦੋਨਾਂ ਦਾ ਮਤਲਬ ਇੱਕੋ ਹੀ ਹੈ। FSI ਇਜ਼ ਅ ਨੰਬਰ ਔਰ FAR ਇਜ਼ ਅ ਰੇਸ਼ੀਓ। ਦੋਨਾਂ ਦਾ ਮਤਲਬ ਇੱਕੋ ਹੀ ਹੈ ਕਿ ਟੋਟਲ ਕਵਰਡ ਏਰੀਆ ਡਿਵਾਈਡਡ ਬਾਈ ਪਲਾਟ ਏਰੀਆ, ਠੀਕ ਹੈ। ਹੁਣ ਇਹਦਾ ਮਤਲਬ ਜੇ FSI 1 ਹੈ, ਇਹਦਾ ਮਤਲਬ ਜਿੰਨਾ ਪਲਾਟ ਏਰੀਆ ਸੀਗਾ ਆਪਾਂ ਉਨਾ ਹੀ ਕਵਰ ਕੀਤਾ ਹੋਇਆ, ਠੀਕ ਹੈ, ਕਿਉਂਕਿ ਟੋਟਲ ਪਲਾਟ ਏਰੀਆ ਵੀ ਇੱਕ ਹੈ, ਬਿਲਟ ਅਪ ਏਰੀਆ ਵੀ ਉਨਾ ਹੀ ਹੈ, ਇਸ ਕਰਕੇ 1 ਆ ਗਿਆ। ਜਦੋਂ FSI ਜਦੋਂ ਮੰਨ ਲਓ ਪਲਾਟ ਏਰੀਆ ਜੇ ਆਪਾਂ ਹਾਫ ਕਵਰ ਕਰ ਰਹੇ ਹਾਂ, ਅੱਧਾ ਖਾਲੀ ਛੱਡ ਰਹੇ ਹਾਂ ਤੇ 2 ਸਟੋਰੀ ਬਿਲਡਿੰਗ ਬਣ ਗਈ ਹੈ, then again FSI is 1, ठीक है। क्यों? क्योंकि अद्धा प्लॉट कवर किया, अद्धा ऊपर कवर कर लिया, दोनों कवर मिला के एक हो गया। सो 1/1 अगेन इज 1, ठीक है। इस तरह मान लो ਆਪਾਂ ਇਹਦੇ ਵਿੱਚ ਦਿੱਤਾ ਹੋਇਆ ਕਿ ਅੱਧਾ ਪਲਾਟ ਜਿਹੜਾ ਇਸ ਤਰੀਕੇ ਨਾਲ ਕਵਰ ਕਰ ਰਿਹਾ ਕਿ ਹਾਫ ਪਲਾਟ ਗਰਾਊਂਡ ਫਲੋਰ ਤੇ ਪੂਰਾ ਕਵਰ ਕਰ ਲਿਆ, ਉਸ ਤੋਂ ਉੱਪਰ ਫਲੋਰ ਤੇ ਆ ਕੇ ਉਹਨੇ ਕਿਸੇ ਤਰੀਕੇ ਦੇ ਨਾਲ ਜਿਹੜਾ ਇੱਕ ਚੰਕ ਹੈ ਉਹ 3rd ਫਲੋਰ ਤੇ ਲੈ ਗਿਆ ਹੈ। ਸੋ ਅਗੇਨ ਟੋਟਲ ਜਿਹੜਾ ਇਹਦਾ ਏਰੀਆ ਮਿਲਾ ਕੇ 1 ਹੈ ਤੇ ਡਿਵਾਈਡਡ ਬਾਈ ਪਲਾਟ ਏਰੀਆ 1 ਹੈ, ਅਗੇਨ FSI ਇਜ਼ 1, ਠੀਕ ਹੈ। ਔਰ ਇਸੇ ਤਰ੍ਹਾਂ ਹੀ ਆਪਾਂ ਉਹਦੀਆਂ ਨੰਬਰ ਆਫ ਜਿਹੜੇ ਫਲੋਰਸ ਹੈਗੇ ਆ, ਮੰਨ ਲਓ ਇਸ ਪਲਾਟ ਦੇ ਆਪਾਂ ਸੇ ਜਿੱਦਾਂ ਇਹਦੇ ਵਿੱਚ ਹਿਸਾਬ ਨਾਲ ਆਈ ਥਿੰਕ ਉਹਨੇ 8 ਪਾਰਟਸ ਡਿਵਾਈਡ ਕਰ ਲਿਆ ਪਲਾਟ ਨੂੰ। ਸੋ ਫਲੋਰ ਉਹਨੇ 8 ਬਣਾ ਦਿੱਤੇ, ਬਟ 8ਵਾਂ ਹਿੱਸਾ ਗਰਾਊਂਡ ਦਾ ਕਵਰ ਕੀਤਾ ਹੈ, ਦੈਨ ਅਗੇਨ FSI ਇਜ਼ 1, ਠੀਕ ਹੈ। ਸੋ ਇਹਦੇ ਨਾਲ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਜਿੱਦਾਂ ਜਿੱਦਾਂ ਆਪਾਂ ਜੇ FSI 1 ਹੀ ਰੱਖਣੀ ਹੈ ਤਾਂ ਜਾਂ ਤਾਂ ਆਪਾਂ ਸਾਰਾ ਪਲਾਟ ਕਵਰ ਕਰ ਸਕਦੇ ਹਾਂ ਜਾਂ ਉਨਾ ਹੀ ਹਿੱਸਾ ਪਲਾਟ ਦਾ ਆਪਾਂ ਗਰਾਊਂਡ ਦੇ ਵਿੱਚ ਘੱਟ ਕਵਰ ਕਰੀਏ ਔਰ ਨੰਬਰ ਆਫ ਫਲੋਰਸ ਵਧਾਉਂਦੇ ਰਹੀਏ, ਠੀਕ ਹੈ। ਸੋ ਜੇ ਇਕੱਲਾ FSI ਹੋਵੇ ਫਿਰ ਦੋ ਇਸ਼ੂਜ਼ ਆ ਰਹੇ ਨੇ, ਇੱਕ ਤਾਂ ਗਰਾਊਂਡ ਕਵਰੇਜ ਦਾ ਇਸ਼ੂ ਆ ਰਿਹਾ ਕਿ ਗਰਾਊਂਡ ਕਵਰੇਜ ਨੂੰ ਕਿੱਦਾਂ ਕੰਟਰੋਲ ਕਰਨਾ ਹੈ, ਔਰ ਸੈਕੰਡ ਇਸ਼ੂ ਆ ਰਿਹਾ ਹਾਈਟ ਨੂੰ ਕਿੱਦਾਂ ਕੰਟਰੋਲ ਕਰਨਾ ਹੈ, ਠੀਕ ਹੈ। ਸੋ ਕੱਲਾ FAR ਜਿਹੜਾ ਹੈ ਉਹ ਉਹਦੇ ਨਾਲ ਆਪਾਂ ਇੱਕ ਬਿਲਡਿੰਗ ਨੂੰ ਸਹੀ ਮਾਇਨੇ ਦੇ ਨਾਲ ਆਪਾਂ ਉਹਨੂੰ ਡਿਜ਼ਾਈਨ ਨਹੀਂ ਕਰ ਸਕਦੇ ਐਸ ਪਰ ਬਾਈਲॉज ਜਦ ਤੱਕ ਸਾਡੇ ਕੋਲ ਗਰਾਊਂਡ ਕਵਰੇਜ ਨਾ ਹੋਵੇ ਔਰ ਸੈਕੰਡ ਸਾਡੇ ਕੋਲ ਹਾਈਟ ਦਾ ਕਲੀਅਰੈਂਸ ਨਾ ਹੋਵੇ, ਠੀਕ ਹੈ। ਇਹਦੀ ਆਪਾਂ ਇੱਕ ਹੋਰ ਐਗਜ਼ਾਮਪਲ ਇਹਦੇ ਵਿੱਚ ਦੇਖ ਲੈਂਦੇ ਹਾਂ। ਇਸ ਦੇ ਵਿੱਚ ਦੱਸਿਆ ਹੋਇਆ ਕਿ ਜੇ FSI 1 ਹੈਗੀ ਹੈ ਤਾਂ ਆਪਾਂ ਜਿੰਨਾ ਏਰੀਆ ਆਫ ਲੈਂਡ ਹੈਗਾ ਉਨਾ ਹੀ ਕਵਰ ਕਰ ਸਕਦੇ ਹਾਂ, ਤੇ ਜੇ ਆਪਾਂ ਉਹਨੂੰ ਤੀਜਾ ਹਿੱਸਾ ਲੈਂਡ ਦਾ ਕਵਰ ਕੀਤਾ ਹੈ ਤੇ ਆਪਾਂ 3 ਮੰਜ਼ਿਲ ਜਾ ਸਕਦੇ ਹਾਂ। ਜੇ ਆਪਾਂ ਪੰਜਵਾਂ ਹਿੱਸਾ ਕਵਰ ਕੀਤਾ ਹੈ ਗਰਾਊਂਡ ਫਲੋਰ ਤੇ ਤਾਂ ਉਹਨੂੰ 5 ਮੰਜ਼ਿਲਾਂ ਤੱਕ ਲੈ ਕੇ ਜਾ ਸਕਦੇ ਹਾਂ। ਸਿਮਿਲਰਲੀ FSI 2 ਹੈਗਾ ਹੈ ਤੇ ਆਪਾਂ ਜਿੰਨਾ ਏਰੀਆ ਆਫ ਲੈਂਡ ਹੈ ਉਸ ਤੋਂ 5 ਗੁਣਾ ਕਵਰ ਕਰ ਸਕਦੇ ਹਾਂ, ਔਰ ਉਹਦੇ ਲਈ ਆਪਾਂ ਸੇ ਨੀਚੇ ਜਿੱਦਾਂ ਇਹ ਦੋ ਹਿੱਸੇ ਹੋ ਗਏ, 2 2 4 5 ਤੇ 6, ਠੀਕ ਹੈ। ਸੋ ਇਹਦੇ ਵਿੱਚ ਆਈ ਥਿੰਕ ਇਹਦੇ ਵਿੱਚ ਗੜਬੜ ਹੈ। FSI ਜੇ 2 ਹੈਗੀ ਹੈ ਤੇ ਆਪਾਂ 2 ਗੁਣਾ ਪਲਾਟ ਦਾ ਏਰੀਆ ਕਵਰ ਕਰ ਸਕਦੇ ਹਾਂ, ਠੀਕ ਹੈ। ਇਹਦੀ ਆਪਾਂ ਕੋਈ ਐਗਜ਼ਾਮਪਲ ਵੀ ਲੈ ਲੈਂਦੇ ਹਾਂ। ਇੱਕ ਹੋਰ ਐਗਜ਼ਾਮਪਲ, ਖੈਰ ਚਲੋ ਟਾਈਮ ਨਹੀਂ ਹੈਗਾ ਸਾਡੇ ਕੋਲ ਇਹਦੇ ਵਿੱਚ, ਆਈ ਥਿੰਕ ਆਪਾਂ ਇੱਥੇ ਤੱਕ ਹੀ ਕਵਰ ਕਰੀਏ। ਜਿਹੜਾ ਮੇਨ ਦੋ ਡੈਫੀਨੇਸ਼ਨਸ ਆਪਾਂ ਅੱਜ ਕਵਰ ਕੀਤੀਆਂ, ਦੈਟ ਇਜ਼ ਕਵਰਡ ਏਰੀਆ ਐਂਡ ਸੈਕੰਡ ਇਜ਼ FAR, ਠੀਕ ਹੈ। ਕਵਰਡ ਏਰੀਆ ਉਹ ਏਰੀਆ ਹੁੰਦਾ ਹੈ ਜਿਹੜਾ ਕਿ ਕੁਛ ਵੀ ਬਣਿਆ ਆ ਪੂਰੇ ਪਲਾਟ ਦੇ ਵਿੱਚ, ਦੈਟ ਇਜ਼ ਕਵਰਡ ਏਰੀਆ। ਐਕਸੈਪਸ਼ਨਸ ਹੈਗੀਆਂ ਨੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨਹੀਂ ਲੈਣੀਆਂ। ਉਹਦੇ ਵਿੱਚ ਆਪਾਂ ਦੇਖਿਆ ਕਿ ਕੋਈ ਵੀ ਬਾਉਂਡਰੀ ਵਾਲ ਆਸ-ਪਾਸ ਬਣਾ ਰਹੇ ਹਾਂ, ਕੋਈ ਸਵਿਮਿੰਗ ਪੂਲ ਬਣਾ ਰਹੇ ਹਾਂ, ਕੋਈ ਵੀ ਆਪਾਂ ਗਟਰ ਵਗੈਰਾ ਬਣਾ ਰਹੇ ਹਾਂ,
ਗਲੀ ਟਰੈਪ ਬਣਾ ਰਹੇ, ਇੰਸਪੈਕਸ਼ਨ ਚੈਂਬਰ ਬਣਾ ਰਹੇ, ਉਹ ਸਾਰੇ ਆਪਾਂ ਗਰਾਊਂਡ ਕਵਰੇਜ ਦੇ ਵਿੱਚ ਨਹੀਂ ਲੈਣੇ। ਕੈਨੋਪੀ ਦੀ ਆਪਾਂ ਜਿਹੜੀ ਡੈਫੀਨੇਸ਼ਨ ਪੜ੍ਹੀ ਹੈਗੀ ਹੈ, ਜੋ ਡੈਫੀਨੇਸ਼ਨ ਦੇ ਹਿਸਾਬ ਨਾਲ ਚਾਹੇ ਕੈਨੋਪੀ ਚੱਲ ਰਹੀ ਹੈ ਤਾਂ ਵੀ ਆਪਾਂ ਉਹਨੂੰ ਕਵਰਡ ਏਰੀਆ ਵਿੱਚ ਨਹੀਂ ਲੈਣਾ ਹੈਗਾ। ਛੱਜਾ ਹੈ ਜੇ 18 ਇੰਚ ਤੋਂ ਘੱਟ ਵਿਡਥ ਦਾ ਹੈਗਾ, ਉਹਨੂੰ ਵੀ ਆਪਾਂ ਕਵਰਡ ਏਰੀਆ ਵਿੱਚ ਨਹੀਂ ਲੈਣਾ ਹੈਗਾ। ਜੇ ਕੋਈ ਪ੍ਰੋਜੈਕਸ਼ਨ ਆਪਾਂ ਸਲੈਬ ਦੇ ਲੈਵਲ ਤੇ ਲਿਆ ਕੇ ਦਿੱਤੀ ਹੋਈ ਹੈ ਤਾਂ ਜੋ 3 ਫੁੱਟ ਤੋਂ ਘੱਟ ਹੈਗੀ ਹੈ, ਉਹਨੂੰ ਵੀ ਆਪਾਂ ਕਵਰਡ ਏਰੀਆ ਵਿੱਚ ਨਹੀਂ ਲੈਣਾ, ਐਕਸੈਪਟ ਕਿ ਸਰਕਮਫਰੈਂਸ ਜਿਹੜਾ ਹਾਫ ਹੋਵੇ। ਔਰ ਇਸ ਤਰੀਕੇ ਦੇ ਨਾਲ ਆਪਾਂ ਹੋਰ ਵੀ ਜਿਹੜਾ ਵੀ ਪੁਆਇੰਟ ਆਪਾਂ ਉਹ 'ਚ ਦੇਖਿਆ ਕਵਰਡ ਏਰੀਆ ਦਾ, ਕਿ ਜਿਹੜਾ ਵੀ ਪੋਰਚ ਹੈਗੀ ਹੈ ਜੇ 9 ਫੁੱਟ ਸਾਈਡ ਤੋਂ ਵਿਡਥ ਹੈਗੀ ਹੈ, ਉਹਦੇ ਵਿੱਚ ਆਪਾਂ ਜੇ 1/3 ਦੀ ਡੈਪਥ ਦੇ ਹਿਸਾਬ ਨਾਲ ਦਿੱਤੀ ਹੋਈ ਹੈ ਕਵਰਡ ਏਰੀਆ, ਉਹਨੂੰ ਵੀ ਆਪਾਂ ਕਵਰਡ ਏਰੀਆ ਨਹੀਂ ਮੰਨਣਾ ਪੋਰਚ ਨੂੰ। ਠੀਕ ਹੈ, ਸੋ ਇਹ ਚੀਜ਼ਾਂ ਨਾਲ ਆਪਣੀ ਕਵਰਡ ਏਰੀਆ ਡਿਫਾਈਨ ਹੁੰਦਾ ਹੈ। ਉਸ ਤੋਂ ਬਾਅਦ ਆਪਾਂ ਉਹਨੂੰ ਪਲਾਟ ਦੇ ਉੱਤੇ ਜਦੋਂ ਲੈ ਕੇ ਆਉਂਦੇ ਆ, ਤੇ ਪਲਾਟ ਦੇ ਹਿਸਾਬ ਨਾਲ ਕਿੰਨਾ ਆਪਾਂ ਕਵਰੇਜ ਕਰ ਰਹੇ ਹੈਗੇ ਆ, ਉਹ ਸਾਨੂੰ FAR ਦੱਸਦੀ ਹੈ। ਠੀਕ ਹੈ, ਤੇ ਕਿੰਨਾ ਕਵਰ ਕਰ ਸਕਦੇ ਆ। ਫੋਰ ਐਗਜ਼ਾਮਪਲ ਸਾਡੇ ਕੋਲ FAR 3 ਅਵੇਲੇਬਲ ਹੈਗੀ ਹੈ, ਤਾਂ ਇਸ ਦਾ ਮਤਲਬ ਹੈ ਕਿ ਜਿੰਨਾ ਪਲਾਟ ਏਰੀਆ ਹੈ ਆਪਾਂ ਉਹ ਤੋਂ 3 ਗੁਣਾ ਤੱਕ ਦਾ ਕਵਰਡ ਏਰੀਆ ਉਸ ਪਲਾਟ ਦੇ ਵਿੱਚੋਂ ਲੀਗਲ ਤਰੀਕੇ ਨਾਲ ਫੀਸ ਪੇ ਕਰਕੇ ਲੈ ਸਕਦੇ ਹਾਂ। ਠੀਕ ਹੈ, ਜੇ ਮੇਰੇ ਕੋਲ 10 ਮਰਲੇ ਦਾ ਪਲਾਟ ਹੈਗਾ ਹੈ, 10 ਮਰਲੇ ਦਾ ਪਲਾਟ ਮਤਲਬ 2070 ਸਕੁਅਰ ਫੁੱਟ ਦਾ ਪਲਾਟ ਹੈਗਾ ਹੈ, ਤੇ ਮੈਂ 2070 ਇੰਟੂ 3 ਗੁਣਾ ਤੱਕ ਦਾ ਕਵਰਡ ਏਰੀਆ ਉਹਦੇ ਵਿੱਚ ਲੈ ਸਕਦਾ। ਉਹਦੇ ਵਿੱਚ ਗਰਾਊਂਡ ਕਵਰੇਜ ਔਰ ਜਿਹੜਾ ਹਾਈਟ ਹੈ ਉਹ ਰਿਸਟ੍ਰਿਕਸ਼ਨਸ ਅਜੇ ਕਲੀਅਰ ਨਹੀਂ ਹੈਗੀਆਂ ਇਹਦੇ ਵਿੱਚ। ਸੋ ਕੱਲਾ FAR ਡਿਫਾਈਨ ਨਹੀਂ ਕਰਦਾ ਇੱਕ ਪਲਾਟ ਦੀ ਜਿੰਨਾ ਵੀ ਆਪਾਂ ਕਵਰ ਕਰਨਾ ਹੈ। ਠੀਕ ਹੈ, ਸੋ ਇਹਨੂੰ ਵੀ ਆਪਾਂ ਅੱਗੇ ਫਰਦਰ ਪੜਾਂਗੇ ਇਹਦੇ ਵਿੱਚ। ਆਈ ਹੋਪ ਕਿ ਇੱਥੇ ਤੱਕ ਦਾ ਜਿੰਨਾ ਵੀ ਡੈਫੀਨੇਸ਼ਨ ਆਪਾਂ ਕਵਰ ਕੀਤੀਆਂ ਇਹ ਤੁਹਾਨੂੰ ਸਮਝ ਆਈਆਂ ਹੋਣਗੀਆਂ। ਠੀਕ ਹੈ।